ਲੋ ਜੀ ਸਾਡਾ ਜਿਹੜਾ ਹਾਊਸ ਆਫ ਕਾਮਨਸ ਦਾ ਜਾਂ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸੀ ਇਹ ਵਾਲਾ ਉਹ ਫਿਲਹਾਲ ਕ੍ਰਿਸਮਸ ਦੀਆਂ ਹੁਣ ਛੁੱਟੀਆਂ ਆ ਰਹੀਆਂ ਉਹਦੇ ਕਰਕੇ ਹੁਣ ਸਮਾਪਤ ਹੋ ਗਿਆ ਸੋ ਨਵੇਂ ਸਾਲ ਦੇ ਵਿੱਚ ਪਾਰਲੀਮੈਂਟ ਮੈਂਬਰ ਜਿਹੜੇ ਆ ਉਹ ਨਵੇਂ ਸਿਰੋਂ ਫਿਰ ਤੋਂ ਇਕੱਠੇ ਹੋਣਗੇ ਬਹੁਤ ਸਾਰੇ ਇੰਪੋਰਟੈਂਟ ਬਿੱਲ ਜਿਹੜੇ ਆ ਉਹ ਇਸ ਸੈਸ਼ਨ ਦੇ ਵਿੱਚ ਪਾਸ ਕੀਤੇ ਗਏ ਆ ਉਹਦੀ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਬਹੁਤ ਸਾਰੇ ਨਵੇਂ ਐਮਪੀਜ਼ ਜਿਹੜੇ ਆ ਪਹਿਲੀ ਵਾਰੀ ਜਿੱਤ ਕੇ ਜਿਹੜੇ ਗਏ ਸੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਪਹਿਲੀ ਵਾਰ ਮੌਕਾ ਮਿਲਿਆ ਪਾਰਲੀਮੈਂਟ ਦੀ ਕਾਰਵਾਈ ਵਿੱਚ ਸ਼ਿਰਕਤ ਕਰਨ ਦਾ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਲੇਕਿਨ ਆਓ ਪਹਿਲਾਂ ਵੈਲਕਮ ਕਰਦੇ ਹਾਂ ਅਸੀਂ ਰੂਬੀ ਸਹੋਤਾ ਹੋਰਾਂ ਦਾ ਸਾਡੇ ਮੈਂਬਰ ਪਾਰਲੀਮੈਂਟ ਬਰੈਂਪਟਨ ਨਾਰਥ ਤੋਂ ਰੂਬੀ ਸਵਾਗਤ ਕਰਦੇ ਹਾਂ ਤੁਹਾਡਾ ਹਾਂਜੀ ਸਨੀ ਸਾਹਿਬ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਔਨ ਦ ਸ਼ੋ ਐਂਡ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਬਿਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਸਾਰੇ ਸੇਫ ਹੈਗੇ ਨੇ ਜਿਸ ਤਰ੍ਹਾਂ ਤੁਸੀਂ ਹੀ ਪ੍ਰੋਗਰਾਮ ਤੇ ਸੁਣਾ ਰਹੇ ਸੀਗੇ ਵੀ ਨੰਬਰਸ ਕੋਵਿਡ ਜਿਹੜਾ ਨਵਾਂ ਵੇਰੀਐਂਟ ਹੈਗਾ ਓਮਿਕਰੋਨ ਦਾ ਉਹਦੇ ਕਾਫੀ ਨੰਬਰਸ ਵਧ ਰਹੇ ਹੈਗੇ ਨੇ ਸਾਡੀ ਸਰਕਾਰ ਨੇ ਵੀ ਵਾਰਨਿੰਗਸ ਵਧਾ ਦਿੱਤੀਆਂ ਹੈਗੀਆਂ ਨੇ ਸਾਰੇ ਪ੍ਰੀਮੀਅਰਸ ਦੇ ਨਾਲ ਵੀ ਗੱਲਬਾਤ ਹੋਈ ਹੈਗੀ ਹੈ ਕੁਝ ਦਿਨ ਪਹਿਲਾਂ to encourage everybody to make sure ਵੀ ਜਿਹੜੇ measures ਜਿਨ੍ਹਾਂ ਦੀ ਲੋੜ ਹੈਗੀ ਆ ਉਹ in place ਰੱਖਣ so that ਜਿਹੜੇ ਆਪਣੇ hospitalization rates ਨੇ ਉਹਨਾਂ ਨੂੰ ਕੰਟਰੋਲ 'ਚ ਰੱਖ ਸਕੀਏ ਪਰ it's very serious and ਜਿਸ ਤਰ੍ਹਾਂ ਹੀ ਤੁਸੀਂ ਦੱਸ ਰਹੇ ਸੀਗੇ ਇਨਫੋਰਮ ਕਰ ਰਹੇ ਸੀ I want to thank you for that ਕਿਉਂਕਿ ਤੁਹਾਡੇ ਪ੍ਰੋਗਰਾਮਸ ਦੇ ਥਰੂ ਬਹੁਤ ਇਨਫੋਰਮੇਸ਼ਨ ਲੋਕਾਂ ਨੂੰ ਮਿਲ ਰਹੀ ਹੈਗੀ ਹੈ ਜਿਹੜੀ ਕਈ ਵਾਰ ਸਾਡੇ ਥਰੂ ਨਹੀਂ ਮਿਲਦੀ ਹੈਗੀ ਰੂਬੀ ਜਿਹੜੀ ਨਵੀਂ ਟਰੈਵਲ ਐਡਵਾਈਜ਼ਰੀ ਇਸ਼ੂ ਕੀਤੀ ਗਈ ਹੈ ਤੁਸੀਂ ਉਹਦੇ ਬਾਰੇ ਇਨਫੋਰਮੇਸ਼ਨ ਦਿਓ ਕਿ ਕਿਹੜੇ ਚੇਂਜਸ ਦੁਬਾਰਾ ਆ ਗਏ ਨੇ ਇੱਕ ਤਾਂ ਅਸੀਂ ਦੇਖ ਰਹੇ ਹਾਂ ਕਿ ਜਿਹੜੇ 72 ਆਵਰਸ ਦੇ ਵਿੱਚ ਜਿਹੜਾ ਪਹਿਲੇ ਕਿਹਾ ਗਿਆ ਸੀਗਾ ਜਿਹੜੇ ਸ਼ਾਰਟ ਟ੍ਰਿਪਸ ਲੱਗਦੇ ਸੀਗੇ ਕ੍ਰਾਸ ਦਾ ਬਾਰਡਰ ਉਹਦੇ ਵਾਸਤੇ ਐਗਜ਼ੈਂਪਸ਼ਨਸ ਦਿੱਤੀਆਂ ਗਈਆਂ ਸੀਗੀਆਂ ਉਹ ਵੀ ਹੁਣ ਜਿਹੜੀਆਂ ਟੇਕ ਆਫ ਕਰ ਲਿੱਤੀਆਂ ਗਈਆਂ ਨੇ ਕਿਹੜੀ ਟਰੈਵਲ ਐਡਵਾਈਜ਼ਰੀਜ਼ ਇਸ਼ੂ ਕੀਤੀ ਗਈਆਂ ਤੁਸੀਂ ਇਨਫੋਰਮੇਸ਼ਨ ਦਿਓ ਪਲੀਜ਼ ਹਾਂਜੀ ਸੋ ਯੈਸ ਜੋ ਟੈਸਟਿੰਗ ਹੈਗੀ ਆ ਉਹ ਅਸੀਂ ਇਨਕਰੀਜ਼ ਕਰ ਦਿੱਤੀ ਸੀਗੀ ਰਾਈਟ ਕੁਝ ਹਫ਼ਤੇ ਪਹਿਲਾਂ ਅਕਤੂਬਰ ਦੇ ਵਿੱਚ ਜਿਹੜੀ ਬਹੁਤ ਚੇਂਜਸ ਆਉਂਦੀਆਂ ਹੈਗੀਆਂ ਨੇ ਅਕਤੂਬਰ ਦੇ ਵਿੱਚ ਜਿਹੜੀ ਟਰੈਵਲ ਐਡਵਾਈਜ਼ਰੀ ਸੀ ਪਹਿਲੀ ਵਾਰ ਲਿਫਟ ਕੀਤੀ ਗਈ ਸੀਗੀ ਜਦੋਂ ਤੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਹੈਗਾ ਜਦੋਂ ਤੋਂ ਪੈਂਡੈਮਿਕ ਸ਼ੁਰੂ ਹੋਇਆ ਪਰ ਹੁਣ ਓਮਿਕਰੋਨ ਦੇ ਕੇਸਿਸ ਦੇਖ ਕੇ ਐਂਡ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਜੋ ਕੈਨੇਡਾ ਦੇ ਵਿੱਚ ਹਰੇਕ 3 ਦਿਨ ਬਾਅਦ ਡਬਲਿੰਗ ਹੋ ਰਹੀ ਹੈਗੀ ਹੈ ਕੇਸਿਸ ਦੀ ਇਟਸ ਵੈਰੀ ਸੀਰੀਅਸ ਐਂਡ ਸੋ ਸਾਨੂੰ travel advisory ਜਿਹੜੀ ਹੈਗੀ ਆ ਉਹ back in place ਪਾਉਣੀ ਪਈ ਹੈਗੀ ਆ ਜੋ testing required ਹੈਗੀ ਆ it is the same as it was for international travel and America ਤੇ yes ਅਸੀਂ ਦੁਬਾਰਾ ਜੋ testing 28 ਸੀਗੀ ਲਿਫਟ ਕੀਤੀ ਸੀਗੀ ਉਹ in place ਹੈਗੀ ਆ ਹੁਣ back in place ਇਸ ਤੋਂ ਇਲਾਵਾ ਹਜੇ ਹੋਰ measures put in place ਨਹੀਂ ਕੀਤੇ ਗਏ ਪਰ keep listening, keep in tune. Roj updates ho rahiyan hagiyan ne, and if we need to, there could be other extreme measures coming. But I think Canadians nu warn karna chaਹੁੰਦੇ ਹੈਗੇ ਜਿਸ ਤਰ੍ਹਾਂ ਸਰਕਾਰ ਨੇ ਪਹਿਲਾਂ ਵੀ ਕੀਤਾ ਸੀਗਾ ਅਸੀਂ warn ਕਰ ਰਹੇ ਹੈਗੇ ਹਾਂ ਵੀ ਅਸੀਂ travel ਬਿਲਕੁਲ ਨਹੀਂ ਐਡਵਾਈਜ਼ ਕਰ ਰਹੇ ਹੈਗੇ Canadians ਨੂੰ ਵੀ ਇਸ ਟਾਈਮ ਤੇ ਉਹ travel ਕਰਨ internationally ਬਿਲਕੁਲ ਹੀ ਜੇ ਇਸ ਐਡਵਾਈਸ ਤੋਂ ਇਲਾਵਾ travel ਕਰਦੇ ਹੈਗੇ ਨੇ ਤਾਂ ਆਪਾਂ ਨੂੰ ਆਈ ਥਿੰਕ ਹੁਣ ਕੁਝ ਐਕਸਪੀਰੀਅੰਸ ਹੋ ਗਿਆ ਹੈਗਾ ਕੁਝ ਵੀ ਹੋ ਸਕਦਾ ਕੋਈ ਵੀ ਕੰਟਰੀ ਇਮੀਡੀਏਟਲੀ ਵਿਦਆਊਟ ਨੋਟਿਸ ਕੋਈ ਬੈਨ ਲਾ ਸਕਦੀ ਹੈ ਰਿਸਟ੍ਰਿਕਸ਼ਨ ਲਾ ਸਕਦੀ ਹੈਗੀ ਆ ਆਬਵੀਅਸਲੀ ਆਪਣੀ ਪੋਪੂਲੇਸ਼ਨ ਨੂੰ ਪ੍ਰੋਟੈਕਟ ਕਰਨ ਦਾ ਸੋ ਆਪਾਂ ਨੂੰ ਸਰਪ੍ਰਾਈਜ਼ ਨਹੀਂ ਹੋਣਾ ਚਾਹੀਦਾ ਹੈਗਾ we've already lived through this one so ਮੈਂ ਹੀ ਇਨਫੋਰਮ ਕਰਨਾ ਚਾਹੁੰਦੀ ਹੈਗੀ ਆ ਸਾਰਿਆਂ ਨੂੰ ਵੀ ਉਹ ਸਰਪ੍ਰਾਈਜ਼ ਨਾ ਹੋਣ ਕਿਤੇ ਉਸ ਤੱਕ ਵੀ ਹੋ ਸਕਦੇ ਹੈਗੇ ਨੇ ਜਿਸ ਤਰ੍ਹਾਂ ਪੋਜ਼ਿਟਿਵ ਕੇਸਿਸ ਆ ਰਹੇ ਨੇ ਦਿਨ ਪਰ ਦਿਨ ਤੁਸੀਂ ਪੋਜ਼ਿਟਿਵ ਵੀ ਟੈਸਟ ਕਰ ਸਕਦੇ ਹੈਗੇ ਹੋ ਕਿਤੇ ਭਾਵੇਂ ਤੁਸੀਂ ਵੈਕਸੀਨੇਟਡ ਹੈਗੇ ਹੋ ਜ਼ਿਆਦਾ ਸਿਕ ਨਹੀਂ ਹੁੰਦੇ ਹੈਗੇ ਪਰ ਜੇ ਤੁਸੀਂ ਪੋਜ਼ਿਟਿਵ ਟੈਸਟ ਤੁਹਾਡਾ ਨਿਕਲਿਆ ਹੁੰਦਾ ਤੁਸੀਂ ਫਲਾਈਟ ਤੇ ਨਹੀਂ ਚੜ੍ਹ ਪਾਓਗੇ ਸੋ ਤੁਸੀਂ ਕਿਤੇ ਵੀ ਸਟਕ ਹੋ ਸਕਦੇ ਹੈਗੇ ਇਸ ਟਾਈਮ ਤੇ ਐਂਡ ਦ ਚਾਂਸਸ ਆਫ ਬੀਇੰਗ ਪੋਜ਼ਿਟਿਵ ਐਟ ਦਿਸ ਟਾਈਮ ਆਰ ਵੈਰੀ ਹਾਈ ਜੀ ਔਰ ਜੀ ਐਂਡ ਆਈ ਹੋਪ ਤੁਸੀਂ ਸਾਰਿਆਂ ਨੂੰ ਵਾਰਨ ਕਰੋਗੇ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈਗਾ ਵੀ ਆਪਣੇ ਲੋਕ ਬਹੁਤ ਟਰੈਵਲ ਦੇ ਸ਼ੌਕੀਨ ਵੀ ਹੈਗੇ ਨੇ ਪਰ ਟਰੈਵਲ ਕਰਨੀ ਕਈ ਵਾਰ ਉਹਨਾਂ ਦੀ ਰਿਕੁਆਇਰਮੈਂਟ ਵੀ ਹੁੰਦੀ ਹੈਗੀ ਮਜਬੂਰੀ ਵੀ ਹੁੰਦੀ ਆ ਸੋ ਡਿਫਰੈਂਟ ਕੇਸਿਸ ਹੁੰਦੇ ਨੇ ਐਂਡ ਆਈ ਜਸਟ ਰੀਲੀ ਵਾਂਟ ਟੂ ਵਾਰਨ ਐਵਰੀਵਨ ਦਿਸ ਇਜ਼ ਨਾਟ ਦ ਟਾਈਮ ਟੂ ਟਰੈਵਲ ਪਲੀਜ਼ ਡੋਂਟ ਟਰੈਵਲ ਰੂਬੀ ਅਸੀਂ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦੇ ਇੰਡੀਵਿਜੂਅਲ ਕੇਸਿਸ ਦੀ ਵੀ ਗੱਲ ਕਰਦੇ ਹਾਂ ਇੱਕ ਪਰਿਵਾਰ ਇੱਥੋਂ ਗਿਆ ਸੀ ਹਸਬੈਂਡ ਵਾਈਫ ਉਹਨਾਂ ਦੇ ਤੇ ਵਾਪਸ ਆ ਗਏ ਆ ਕਿਉਂਕਿ ਉਹਨਾਂ ਦਾ ਟੈਸਟ ਨੈਗੇਟਿਵ ਆਇਆ ਸੀ ਦਿੱਲੀ ਹਸਬੈਂਡ ਜਿਹੜੇ ਆ ਉਹਨਾਂ ਨੂੰ ਪੋਜ਼ਿਟਿਵ ਆਉਣ ਕਰਕੇ ਉਹਨਾਂ ਨੇ ਉੱਥੇ ਰਾਮਲੀਲਾ ਮੈਦਾਨ ਦੇ ਵਿੱਚ 4 ਪਾਈਆਂ ਲਗਾਈਆਂ ਹੋਈਆਂ ਉਹ ਉੱਥੇ ਭੇਜ ਦਿੱਤਾ ਬੜੀ ਉੱਥੇ ਕੰਡੀਸ਼ਨ ਜਿਹੜੀ ਸੀ ਉਹ ਬੜੀ ਚੈਲੰਜਿੰਗ ਸੀ ਜਿਸ ਤਰ੍ਹਾਂ ਆਪਾਂ ਸੁੱਖ ਸੁਵਿਧਾਵਾਂ 'ਚ ਇੱਥੇ ਰਹਿਣ ਦੇ ਆਦੀ ਹਾਂ ਇਸ ਤਰ੍ਹਾਂ ਨਹੀਂ ਸੀ ਤਾਂ ਘਬਰਾ ਗਏ ਦੇਖ ਕੇ ਉੱਥੇ ਕਿ ਮੈਨੂੰ ਇੱਥੇ ਹੁਣ ਇੰਨੇ ਦਿਨ ਆਈਸੋਲੇਸ਼ਨ 'ਚ ਰਹਿਣਾ ਪਏਗਾ ਕੁਆਰੰਟੀਨ ਕਰਨਾ ਪਏਗਾ
ਬੜੇ ਘਬਰਾਏ ਹੋਏ ਸੀ, ਇੱਥੇ ਸੰਪਰਕ ਕਰ ਰਹੇ ਸੀ ਕਿ ਮੈਨੂੰ ਕੋਈ ਹੈਲਪ ਕਰੋ। ਤੋ ਇਹ ਤੇ ਹੋ ਗਈ ਗੱਲ ਕਿ ਜੇ ਤੁਹਾਨੂੰ ਪੋਜ਼ਿਟਿਵ ਆਏ ਹੋ ਤਾਂ, ਪਰ ਜੇ ਪਤਾ ਚੱਲੇ ਕਿ ਕਿਸੇ ਕੰਟਰੀ ਨੂੰ ਹੀ ਸ਼ਟ ਡਾਊਨ ਕਰ ਦਿੱਤਾ ਗਿਆ ਹੈ, ਫਲਾਈਟਾਂ ਹੀ ਬੰਦ ਹੋ ਗਈਆਂ, ਤੁਸੀਂ ਸਟਕ ਹੋ ਗਏ, ਤਾਂ ਉਹ ਫਿਰ ਕਿੰਨੀ ਵੱਡੀ ਮੁਸ਼ਕਲ 'ਚ ਤੁਸੀਂ ਫਸ ਸਕਦੇ ਹੋ। ਇਸ ਕਰਕੇ ਪਲੀਜ਼ ਇਸ ਗੱਲ ਨੂੰ ਅਵੋਇਡ ਕਰੋ। ਅਸੀਂ ਬਾਰ-ਬਾਰ ਸਭ ਨੂੰ ਇਹ ਬੇਨਤੀ ਕਰ ਰਹੇ ਹਾਂ। ਕਈ ਲੋਕਾਂ ਨੇ ਛੁੱਟੀਆਂ ਦੇ ਵਿੱਚ ਬਾਹਰ ਜਾਣ ਦਾ ਪਲਾਨ ਬਣਾਇਆ ਹੋਇਆ ਸੀ, ਅਸੀਂ ਜਾਣਦੇ ਹਾਂ, ਸਾਡੇ ਫਰੈਂਡਸ ਨੇ, ਕਈਆਂ ਨੇ ਆਪਣੇ ਪ੍ਰੋਗਰਾਮ ਕੈਂਸਲ ਵੀ ਕਰ ਦਿੱਤੇ ਹੈ। ਉਹ ਅਵੋਇਡ ਕਰ ਰਹੇ ਆ ਛੁੱਟੀਆਂ 'ਚ ਬਾਹਰ ਜਾਣਾ। ਤਾਂ ਕੋਸ਼ਿਸ਼ ਕਰੋ, ਜੇ ਤੁਹਾਡੀ ਟਿਕਟਾਂ ਖਰਚੀਆਂ ਹੋਈਆਂ ਕੋਈ ਗੱਲ ਨਹੀਂ, ਜਾਨ ਹੈ ਜਹਾਨ ਹੈ। ਜੇ ਤੁਸੀਂ ਟਿਕਟਾਂ ਕੈਂਸਲ ਕਰਾਓਗੇ, ਹੋ ਸਕਦਾ ਥੋੜਾ ਬਹੁਤਾ ਫਾਈਨੈਂਸ਼ੀਅਲ ਲਾਸ ਤੇ ਹੋਵੇ, ਪਰ ਤੁਸੀਂ ਬੜੇ ਵੱਡੇ ਲਾਸ ਤੋਂ ਬਚ ਜਾਓਗੇ। ਇਸ ਕਰਕੇ ਬਾਰ-ਬਾਰ ਬੇਨਤੀ ਕਰ ਰਹੇ ਹਾਂ ਸਭ ਨੂੰ ਕਿ ਅਵੋਇਡ ਕਰੋ ਟਰੈਵਲ ਕਰਨਾ। ਈਵਨ ਡੋਮੈਸਟਿਕ ਟਰੈਵਲ ਵੀ ਅਵੋਇਡ ਕਰੋ, ਜਹਾਜ਼ਾਂ ਦੇ ਵਿੱਚ ਜਿੱਥੇ ਤੁਸੀਂ ਪਰਸਨਲ ਕੰਟੈਕਟ 'ਚ ਕਿਸੇ ਦੇ ਆ ਸਕਦੇ ਹੋ। ਰੂਬੀ, ਤੁਹਾਨੂੰ ਮੈਂ ਵਧਾਈ ਵੀ ਦੇਣਾ ਚਾਹੁੰਦਾ, ਤੁਸੀਂ ਡਿਪਟੀ ਹਾਊਸ ਲੀਡਰ ਵੀ ਚੁਣੇ ਗਏ ਹੋ ਐਜ਼ ਏ ਮੈਂਬਰ ਪਾਰਲੀਮੈਂਟ। ਤਾਂ ਤੁਸੀਂ ਬੜੀ ਦੇਰ ਤੋਂ ਕੰਮ ਕਰ ਹੀ ਰਹੇ ਹੋ, 3rd ਟਾਈਮ ਚੁਣੇ ਗਏ ਹੋ, ਲੇਕਿਨ ਤੁਹਾਨੂੰ ਇੱਕ ਹੋਰ ਜ਼ਿੰਮੇਵਾਰੀ ਮਿਲੀ ਹੈ ਤੁਹਾਡੀ ਪਾਰਟੀ ਵੱਲੋਂ ਵੀ। ਹਾਂਜੀ, definitely I want to let everyone know that ਇਸ role ਦੇ ਵਿੱਚ that I'm very honored to have this role, but ਇਸ role ਦੇ ਵਿੱਚ ਸ਼ਾਇਦ ਆਮ ਬੰਦੇ ਨੂੰ ਇੰਟਰਸਟ ਵੀ ਨਾ ਹੋਵੇ, and it doesn't really I think affect the average person, ਪਰ ਇਸ role ਦੇ ਵਿੱਚ ਸਾਡੀ ਰਿਕੁਆਇਰਮੈਂਟ ਹੁੰਦੀ ਹੈ ਵੀ ਜਿਹੜੀ ਲੈਜਿਸਲੇਸ਼ਨ ਜੋ ਪ੍ਰੋਮਿਸਿਸ ਅਸੀਂ ਕੀਤੀਆਂ ਹੈਗੀਆਂ ਨੇ ਲੋਕਾਂ ਦੇ ਨਾਲ ਇਲੈਕਸ਼ਨ ਟਾਈਮ, ਐਂਡ ਜੋ ਹੁਣ ਫਾਲ ਫਿਸਕਲ ਅਪਡੇਟ ਵੀ ਹੋਇਆ ਹੈਗਾ, ਵੀ ਉਹ ਲੈਜਿਸਲੇਸ਼ਨ ਨੂੰ ਜਲਦੀ ਤੋਂ ਜਲਦੀ ਆਪਣੇ ਹਾਊਸ ਆਫ ਕਾਮਨਸ ਦੇ ਥਰੂ ਐਂਡ ਦੈਨ ਸੈਨੇਟ ਤੱਕ ਕਿਸ ਤਰ੍ਹਾਂ ਪਹੁੰਚਾਇਆ ਜਾ ਸਕਦਾ ਹੈਗਾ। ਮੇਕ ਸ਼ੋਰ ਦੈਟ ਆਪਣੀਆਂ ਜਿਹੜੀਆਂ ਕਮੇਟੀਜ਼ ਹੈਗੀਆਂ ਨੇ ਉਹ ਫੰਕਸ਼ਨ ਕਰ ਰਹੀਆਂ ਹੈਗੀਆਂ ਨੇ ਪ੍ਰੋਪਰਲੀ, ਐਂਡ ਜਿਹੜੇ ਸਪੋਰਟ ਚਾਹੀਦੇ ਹੈਗੇ ਨੇ ਲੋਕਾਂ ਨੂੰ ਉਹ ਮਿਲ ਰਹੇ ਹੈਗੇ ਆ, ਐਮਪੀਜ਼ ਨੂੰ ਵਰਕ ਪਲੇਸ ਇਨਵਾਇਰਨਮੈਂਟ ਜੋ ਹੈਗੀ ਆ ਉਹ ਵੀ ਵਧੀਆ ਹੋਵੇ। ਸੋ ਖੁਸ਼ੀ ਹੈਗੀ ਆ ਕਿਉਂਕਿ ਆਹ ਸੈਸ਼ਨ ਖਤਮ ਹੋਣ ਤੋਂ ਪਹਿਲਾਂ ਦੋ ਇੰਪੋਰਟੈਂਟ ਜਿਹੜੇ ਕਾਫੀ ਇੰਪੋਰਟੈਂਟ ਬਿੱਲ ਸੀਗੇ ਉਹ ਪਾਸ ਹੋਏ ਨੇ, C2 and C3, ਐਂਡ C2 ਖਾਸ ਕਰਕੇ ਜੋ ਸੈਨੇਟ ਦੇ ਵਿੱਚੋਂ ਵੀ ਹੁਣ ਕਲੀਅਰ ਕਰ ਗਿਆ ਹੈਗਾ ਆ, ਪਰ ਕੱਲ ਹਾਊਸ ਆਫ ਕਾਮਨਸ ਦੇ ਵਿੱਚੋਂ ਕਲੀਅਰ ਕਰ ਗਿਆ ਸੀ। ਉਹ ਬਿੱਲ ਹੈਗਾ ਜਿਹੜਾ ਕੈਨੇਡਾ ਰਿਕਵਰੀ ਹਾਇਰਿੰਗ ਪ੍ਰੋਗਰਾਮ ਨੂੰ ਐਕਸਟੈਂਡ ਕਰਦਾ ਹੈਗਾ May 7 ਤੱਕ, ਐਂਡ ਇਸ ਦੇ ਵਿੱਚ ਜਿਹੜੇ ਵਰਕ ਪਲੇਸਿਸ 10% ਤੋਂ ਉੱਤੇ ਕੋਈ ਲਾਸ ਮਹਿਸੂਸ ਕਰ ਰਹੇ ਹੈਗੇ ਨੇ ਉਹਨਾਂ ਨੂੰ ਨਵੇਂ EMPLOYEES ਨੂੰ ਹਾਇਰ ਕਰਨ ਲਈ ਉਹਨਾਂ ਨੂੰ ਫੰਡਿੰਗ ਦਿੱਤੀ ਜਾ ਸਕਦੀ ਹੈਗੀ ਆ in order to rehire people. So it goes from anywhere from 10% loss and ਤੁਹਾਨੂੰ subsidy up to 50% ਮਿਲ ਸਕਦੀ ਹੈਗੀ ਆ depending on the amount of loss. ਬਾਕੀ tourism and hospitality recovery program ਵੀ ਇਸ ਬਿੱਲ ਦੇ ਵਿੱਚ included ਸੀਗਾ, and hardest hit businesses recovery program ਵੀ included ਸੀਗਾ। लॉकडाउन कैनेडा वर्कर लॉकडाउन बेनिफिट जो सोच रहे थे जो सर्व जो बंद होगी हैगी सी अक्टूबर दे विच ਉਹ प्रोग्राम रीइंट्रोड्यूस किया जा रहा हैगा डिफरेंट रिक्वायरमेंट्स ਦੇ ਨਾਲ। सो ਤੁਹਾਨੂੰ अप टू $300 a week मिल सकता हैगा ਆ ਇਸ प्रोग्राम ਦੇ ਥੱਲੇ ਜੇ ਕੋਈ लॉकडाउन ਹੁੰਦਾ ਹੈਗਾ ਤੇ ਤੁਹਾਨੂੰ ਉਸ ਲੋਕਡਾਊਨ ਦੇ ਕਰਕੇ ਤੁਸੀਂ ਕੰਮ ਤੇ ਨਹੀਂ ਜਾ ਪਾਉਂਦੇ ਹੈਗੇ। ਸੋ ਦੋਜ਼ ਆਰ ਇਨਕਲੂਡਡ, ਐਂਡ ਆਲਸੋ ਜਿਹੜਾ C3 ਹੈਗਾ ਉਹ 10 ਦਿਨ ਦੀ ਸਿਕ ਬੈਨੀਫਿਟ ਦਿੰਦਾ ਹੈਗਾ ਆ ਫੈਡਰਲੀ ਰੈਗੂਲੇਟਡ ਵਰਕਰਸ ਨੂੰ। ਸੋ ਇਹ ਵੀ ਬਹੁਤ ਇੰਪੋਰਟੈਂਟ ਹੈਗਾ ਆ ਅੱਜ ਸਪੈਸ਼ਲੀ ਇਸ ਪੈਂਡੈਮਿਕ ਦੇ ਵਿੱਚ ਵੀ ਇਹ ਬੈਨੀਫਿਟ ਵਰਕਰਸ ਲਈ ਹੋਵੇ, ਪਰ ਇਟਸ ਓਨਲੀ ਅ ਫੈਡਰਲ ਲਾਅ। ਸੋ ਦਾ ਮਤਲਬ ਸਿਰਫ ਫੈਡਰਲੀ ਰੈਗੂਲੇਟਡ ਵਰਕ ਪਲੇਸਿਸ ਤੇ ਇਹ law affect ਕਰੂਗਾ ਜਾਂ ਚਾਲੂ ਹੋਊਗਾ। So I'm very happy to announce those things, and ਬਾਕੀ ਜੋ ਸਾਡਾ ਕੁਝ ਦਿਨ ਪਹਿਲਾਂ fall fiscal update ਵੀ ਰਿਲੀਜ਼ ਕੀਤਾ ਗਿਆ ਸੀਗਾ ਸਾਡੀ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ, ਤੇ ਉਹਦੇ ਵਿੱਚ ਵੀ ਸਭ ਤੋਂ ਅੱਗੇ ਤਾਂ ਹੈਗੀ ਜੋ fight against COVID-19 ਹੈਗਾ। ਸੋ ਫੈਡਰਲ ਗਵਰਨਮੈਂਟ ਇਨਵੈਸਟ ਕਰੇਗੀ ਜਿਸ ਤਰ੍ਹਾਂ ਆਲਰੇਡੀ ਅਸੀਂ ਵੈਕਸੀਨਸ ਦੇ ਵਿੱਚ ਇਨਵੈਸਟ ਕੀਤਾ, ਕੈਨੇਡੀਅਨਸ ਨੂੰ ਫ੍ਰੀ ਵੈਕਸੀਨਸ ਮਿਲ ਰਹੀਆਂ ਹੈਗੀਆਂ ਨੇ ਇਸ ਕੰਟਰੀ ਦੇ ਵਿੱਚ, ਉਸ ਤਰ੍ਹਾਂ ਹੀ ਬੂਸਟਰ ਸ਼ਾਟ ਅਸੀਂ ਪ੍ਰੀਕਿਉਰ ਜਦੋਂ ਤੋਂ ਬੂਸਟਰ ਸ਼ਾਟਸ ਆਏ ਹੈਗੇ ਨੇ ਕੈਨੇਡਾ ਕੁਇਕਲੀ ਮੂਵਡ ਔਨ ਦੈਟ। ਜਿੰਨੇ ਵੀ ਬੂਸਟਰਸ ਦੀ ਲੋੜ ਹੈਗੀ ਹੈ ਕੈਨੇਡੀਅਨਸ ਨੂੰ, ਵੀ ਹੈਵ ਦੋਜ਼ ਬੂਸਟਰ ਸ਼ਾਟਸ ਅਵੇਲੇਬਲ। ਪ੍ਰੋਵਿੰਸਸ ਅਪ ਟਾਈਮ ਲਾਈਨ ਦੇ ਨਾਲ ਹੁਣ ਅਵੇਲੇਬਲ ਮੇਕ ਕਰ ਰਹੇ ਨੇ। Ontario ਨੇ I think they made a very good move ਵੀ ਮੰਡੇ ਤੋਂ anyone 18 and over is eligible for a booster shot। So ਆਪਾਂ ਜਿਸ ਤਰ੍ਹਾਂ ਦੇਖ ਰਹੇ ਹੈਗੇ ਕੇਸਿਸ ਵੱਧ ਰਹੇ ਨੇ, ਜੋ ਇਫੈਕਟਿਵਨੈਸ ਸੀ ਪਹਿਲੀ ਵੈਕਸੀਨ 2 ਡੋਸਿਸ ਦੀ ਉਹ ਥੋੜੀ ਘੱਟ ਰਹੀ ਹੈਗੀ ਆ। ਸੋ ਲੋੜ ਹੈਗੀ ਆ ਵੀ ਆਪਾਂ ਸਾਰੇ ਹੀ ਜ਼ਿੰਮੇਵਾਰੀ ਦੇ ਨਾਲ ਆਪਣੇ ਬੂਸਟਰ ਸ਼ਾਟਸ ਲਵਾਓ ਜਦੋਂ ਤੁਹਾਡੀ ਵਾਰੀ ਆਉਂਦੀ ਹੈਗੀ ਆ। ਸੋ ਦ ਫੈਡਰਲ ਗਵਰਨਮੈਂਟ ਇਜ਼ ਪੁਟਿੰਗ ਮਨੀ ਇਨਟੂ ਦੈਟ, ਐਂਡ ਰੈਪਿਡ ਟੈਸਟ ਵੀ ਅਸੀਂ ਪ੍ਰੋਵਾਈਡ ਕਰ ਰਹੇ ਹੈਗੇ ਆ
other provinces know, and we've invested more money into that. Classrooms ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਇਨਵੈਸਟ ਕੀਤਾ ਜਾ ਰਿਹਾ $100 million ਫਿਰ ਇਨਵੈਸਟ ਕੀਤਾ ਜਾ ਰਿਹਾ ਹੈਗਾ ਕਲਾਸਰੂਮਸ ਦੇ ਵਿੱਚ ਵੈਂਟੀਲੇਸ਼ਨ ਇੰਪਰੂਵ ਕਰਨ ਲਈ to also make sure that students and teachers are protected. So ਆਮ ਤੌਰ ਤੇ federal government ਐਜੂਕੇਸ਼ਨ ਦੇ ਵਿੱਚ ਨਹੀਂ ਕੋਈ ਹਿੱਸਾ ਪਾਉਂਦੀ ਹੈਗੀ ਪਰ ਇੱਕ ਪ੍ਰੋਵਿੰਸ਼ੀਅਲ ਰਿਸਪੌਂਸਿਬਿਲਿਟੀ ਹੁੰਦੀ ਹੈ ਪਰ ਇਸ ਪੈਂਡੈਮਿਕ ਦੇ ਕਰਕੇ we are making sure that we're supporting our schools. And ਇਸ ਦੇ ਵਿੱਚ ਹੋਰ ਵੀ ਕਈ ਖਾਸ ਗੱਲਾਂ ਹੈਗੀਆਂ ਨੇ ਜੋ ਕੀਤੀਆਂ ਜਾਂਦੀਆਂ ਹੈਗੀਆਂ ਨੇ but anyways you let me know what you're interested in talking about. ਜੀ ਰੂਬੀ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਇਹ ਜਿਹੜਾ ਬੈਨੀਫਿਟ ਹੈ ਰੈਂਟ ਸਬਸਿਡੀ ਵਾਲਾ ਔਰ ਵੇਜ ਸਬਸਿਡੀ ਵਾਲਾ ਇਹ ਨੋ ਡਾਊਟ ਬੜਾ ਵੱਡਾ ਇੱਕ ਵੱਡੀ ਸਪੋਰਟ ਸੀ ਉਸ ਵੇਲੇ ਮੈਂ ਪ੍ਰੋਗਰਾਮ ਦੇ ਅੱਜ ਸ਼ੁਰੂ ਵਿੱਚ ਕਿਹਾ ਵੀ ਸੀ ਕਿ ਜੇ ਉਸ ਵੇਲੇ ਫੈਡਰਲ ਸਰਕਾਰ ਇਹ ਹੈਲਪ ਨਾ ਕਰਦੀ ਤੇ ਮੈਨੂੰ ਲੱਗਦਾ ਹੈ ਕਿ 50% ਤੋਂ ਲੈ ਕੇ 75% ਐਸੇ ਬਿਜ਼ਨਸ ਸੀ ਜਿਹੜੇ ਬੰਦ ਹੋ ਚੁੱਕੇ ਹੁੰਦੇ ਸ਼ਟ ਡਾਊਨ ਹੋ ਗਏ ਹੁੰਦੇ ਬੈਂਕਰਪਟ ਹੋ ਗਏ ਹੁੰਦੇ ਇਹਨੇ ਬੜੀ ਵੱਡੀ ਹੈਲਪ ਕੀਤੀ ਉਸ ਵੇਲੇ ਬਿਜ਼ਨਸਿਸ ਨੂੰ ਛੋਟੇ ਵੱਡੇ ਸਭ ਨੂੰ ਬਚਾ ਕੇ ਰੱਖਣ ਦੇ ਲਈ ਅਪਾਰਟ ਫਰੋਮ ਜਿਹੜੇ ਇੰਡੀਵਿਜੂਅਲ ਬੈਨੀਫਿਟ ਦਿੱਤੇ ਗਏ ਉਹ ਤੇ ਚਲੋ ਸੀਗੇ ਪਰ ਹੁਣ ਇਹ ਜਦੋਂ ਇਹ ਅਨਾਉਂਸ ਕੀਤਾ ਗਿਆ ਸੀ ਅਕਤੂਬਰ ਦੇ ਅਖੀਰ ਤੱਕ 23 ਅਕਤੂਬਰ ਤੱਕ 22 ਅਕਤੂਬਰ ਤੱਕ ਪਿਛਲਾ ਜਿਹੜਾ ਕੰਟੀਨਿਊਡ ਰਿਹਾ ਉਸ ਤੋਂ ਬਾਅਦ ਹੁਣ ਇਹ ਜਿਹੜਾ ਪਿਛਲਾ ਕੋਈ ਏਰੀਅਰ ਹੈ ਰੈਟਰੋਸਪੈਕਟਿਵ ਵੇ ਨਾਲੋਂ ਕਦੋਂ ਮਿਲੇਗਾ ਇਹ ਗੱਲ ਅਜੇ ਕੁਝ ਕਲੀਅਰ ਨਹੀਂ ਹੈ ਲੇਕਿਨ ਚੰਗੀ ਗੱਲ ਇਹ ਹੈ ਕਿ ਹਾਊਸ ਨੇ ਉੱਠਣ ਤੋਂ ਪਹਿਲਾਂ ਇਹਨੂੰ ਪਾਸ ਜ਼ਰੂਰ ਕਰ ਦਿੱਤਾ ਸੀ ਸੀਨੇਟ ਨੇ ਵੀ ਪਾਸ ਕਰ ਦਿੱਤਾ ਹਾਊਸ ਆਫ ਕਾਮਨਸ ਨੇ ਵੀ ਪਾਸ ਕਰਤਾ ਤਾਂ ਨੈਚੁਰਲੀ ਇਹ ਲਾਗੂ ਜਲਦੀ ਹੋ ਹੀ ਜਾਏਗਾ ਪਰ ਕਦੋਂ ਤੱਕ ਕਿਉਂਕਿ ਜਿਹੜੇ ਬਿਜ਼ਨਸ ਆਲਰੇਡੀ ਸਟਰਗਲ ਕਰ ਰਹੇ ਆ ਜਿਨ੍ਹਾਂ ਨੂੰ ਪੱਲਿਓਂ ਰੈਂਟ ਦੇਣਾ ਪੈ ਰਿਹਾ ਉਹ ਜਿਹੜੇ ਵੇਟ ਕਰ ਰਹੇ ਸੀ ਕਿ ਰੈਂਟ ਸਬਸਿਡੀ ਮਿਲੇ ਤੇ ਰੈਂਟ ਪੇ ਕਰੀਏ ਉਹਨਾਂ ਨੂੰ ਇਹ ਬੜੀ ਉਡੀਕ ਹੈ ਕਿ ਕਿੰਨੀ ਜਲਦੀ ਇਹ ਪੈਸੇ ਮਿਲਣਗੇ ਇੱਦਾਂ ਹੀ ਵੇਜ ਸਬਸਿਡੀ ਆ ਰੀਹਾਇਰਿੰਗ ਦੇ ਜਿਹੜੇ ਪੈਸੇ ਸਰਕਾਰ ਤੋਂ ਮਿਲਣੇ ਆ ਐਵਰੀ ਡਾਲਰ ਕਾਊਂਟਸ ਪਰ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਜਦੋਂ ਹੁਣ ਇਸ ਵੇਲੇ ਇੱਕਦਮ ਫਿਰ ਤੋਂ ਬਿਜ਼ਨਸ ਸ਼ਟ ਡਾਊਨ ਹੋਣੇ ਸ਼ੁਰੂ ਹੋ ਗਏ ਹੈ ਔਰ ਪਤਾ ਨਹੀਂ ਹੁਣ ਅਗਲੇ 2 ਵੀਕ 3 ਵੀਕ 4 ਵੀਕ ਬਾਅਦ ਕਿੰਨੇ ਕੁ ਬਿਜ਼ਨਸ ਨੂੰ ਫਿਰ ਤੋਂ ਬੰਦ ਕਰ ਦਿੱਤਾ ਜਾਵੇ ਤਾਂ ਜਿਹੜਾ ਰਾਹਤ ਦੇਣ ਦੀ ਗੱਲ ਕਹੀ ਸੀ ਪ੍ਰਾਈਮ ਮਿਨਿਸਟਰ ਟਰੂਡੋ ਨੇ ਜਾਂ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਤੇ ਉਸ ਵੇਲੇ ਸੀ ਜਦੋਂ ਲੱਗ ਰਿਹਾ ਸੀ ਕਿ ਨੰਬਰ ਬਿਲਕੁਲ ਖਤਮ ਹੋ ਗਏ ਹੈ ਇੱਕ ਪੈਂਡੈਮਿਕ ਤੇ ਅਸੀਂ ਆਲਮੋਸਟ ਕਾਬੂ ਪਾ ਲਿਆ ਫਿਰ ਵੀ ਇੱਕ ਲਾਸਟ ਸਟੱਡੀ ਜੀ ਜਿਹੜਾ ਇੱਕ ਬੈਚ ਸੀ ਕਿ ਚਲੋ ਥੋੜੇ ਹੋਰ ਪੈਸੇ ਦੇ ਦਿਓ 2 3 4 6 ਮਹੀਨੇ ਲਈ ਪਰ ਇਹ ਜਿਹੜਾ ਹੁਣ ਦੁਬਾਰਾ ਤੋਂ ਡਿਵੈਲਪਮੈਂਟਸ ਹੋ ਰਹੀਆਂ ਕਿ ਇਹਨਾਂ ਨੂੰ ਵੀ ਕੰਸੀਡਰ ਕੀਤਾ ਜਾਏਗਾ ਦੇਖੋ retroactive ਦੀ ਜਿਹੜੀ ਤੁਸੀਂ ਗੱਲ ਕਰ ਰਹੇ ਆ it looks like it should have all the benefits should be retroactive to October 24th ਬਾਕੀ ਇਹ ਜਿਹੜਾ ਬਿੱਲ C2 ਹੈਗਾ ਇਸ ਕਰਕੇ ਹੀ ਪਾਸ ਕੀਤਾ ਗਿਆ ਹੈਗਾ ਵੀ ਜੇ ਲੋਕਡਾਊਨ ਹੁਣ ਦੁਬਾਰਾ ਹੁੰਦੇ ਹੈਗੇ ਨੇ ਵੀ ਵਰਕਰਸ ਨੂੰ ਫਿਰ ਦੁਬਾਰਾ ਉਹ ਬੈਨੀਫਿਟ ਮਿਲੂਗਾ ਕਿ ਉਹ ਲੋਕਡਾਊਨ ਦੇ ਨਾਲ ਅਫੈਕਟਡ ਹੁੰਦੇ ਨੇ ਐਂਡ ਆਫ ਕੋਰਸ ਜਿਹੜਾ ਰੀਹਾਇਰਿੰਗ ਪ੍ਰੋਗਰਾਮ ਇਹ ਸਾਰੇ ਜਿਹੜੇ ਪ੍ਰੋਗਰਾਮਸ ਨੇ May 7th ਤੱਕ in effect ਹੋਣਗੇ so you know this should cover people at this time ਕਿਉਂਕਿ ਸਾਨੂੰ ਪਤਾ ਸੀਗਾ ਵੀ ਠੀਕ ਹੈ ਨੰਬਰ ਉਸ ਟਾਈਮ ਤੇ ਠੀਕ ਲੱਗ ਰਹੇ ਸੀ ਪਰ ਕਦੇ ਵੀ ਕੁਝ ਵੀ ਹੋ ਸਕਦਾ ਹੈਗਾ ਆ so we need to make sure ਵੀ ਸਾਡੇ ਕੋਲੋਂ flexibility ਹੈਗੀ ਆ ਵੀ ਜੇ ਸਪੋਰਟ ਦੇਣ ਦੀ ਲੋੜ ਪੈਂਦੀ ਹੈਗੀ ਆ we have those things in a place in effect as long as we need them ਬਾਕੀ ਜੋ economy ਦੀ ਤੁਸੀਂ ਗੱਲ ਕਰ ਰਹੇ ਹੈਗੇ ਹੋ ਦੇਖੋ we're not very excited that this is happening again ਕਿਸੇ government ਨੂੰ ਖੁਸ਼ੀ ਨਹੀਂ ਮਿਲਦੀ ਹੈ ਕਿ ਇਸ ਤਰ੍ਹਾਂ ਦੇ lockdowns ਜਾਂ ਕੋਈ restrictions ਦੀ announcements ਕਰਕੇ but we want to keep people safe and ਸਭ ਤੋਂ important ਹੈਗਾ ਵੀ ਆਪਣੀ ਜੇ ਆਪਾਂ health ਬਚਾ ਸਕਦੇ ਹੈਗੇ and then ਆਪਣੀ economy ਤੇ ਵੀ ਉਹਨਾਂ negative impact ਨਹੀਂ ਪਊਗਾ so that combined with Canada did very well on the health front but that combined with ਜੋ ਅਸੀਂ benefits ਦਿੱਤੇ ਸੀਗੇ ਉਹਦਾ ਆਪਾਂ ਕਾਫੀ ਚੰਗਾ ਅਸਰ ਦੇਖ ਰਹੇ ਹੈਗੇ ਇਕਨੋਮੀ ਤੇ ਕੈਨੇਡਾ ਨੇ ਆਲਰੇਡੀ 106% ਜੋ ਜੌਬਸ ਹੈਗੀਆਂ ਨੇ ਰਿਕਵਰ ਕਰ ਚੁੱਕੇ ਹੈਗੇ ਨੇ ਇਸ ਪੈਂਡੈਮਿਕ ਤੋਂ ਸੋ ਇਨ ਕੰਪੈਰੀਜ਼ਨ ਅਮਰੀਕਾ ਸਿਰਫ 83% ਰਿਕਵਰ ਕਰ ਪਾਇਆ ਹੈਗਾ ਇਸ ਪੁਆਇੰਟ ਤੱਕ ਸਾਡੀ ਜਿਹੜੀ ਇਨਫਲੇਸ਼ਨ ਰੇਟ ਹੈਗੀ ਆ ਉਹ ਵੀ G7 ਦੇ ਵਿੱਚ second lowest ਹੈਗੀ ਆ which is we know that this is a problem ਪਰ ਇਹ ਸਿਰਫ ਇੱਕ ਕੈਨੇਡੀਅਨ ਪ੍ਰੋਬਲਮ ਨਹੀਂ ਹੈ ਕਿ ਗਲੋਬਲ ਪ੍ਰੋਬਲਮ ਚੱਲ ਰਹੀ ਹੈਗੀ ਆ ਸਪਲਾਈ ਚੇਨਸ ਕਰਕੇ ਕਾਫੀ ਚੀਜ਼ਾਂ ਅਫੈਕਟਡ ਹੋਈਆਂ ਹੈਗੀਆਂ ਨੇ ਇਸ ਪੈਂਡੈਮਿਕ ਦੇ ਕਰਕੇ ਪਰ we're going to continue to make sure that we work with the Bank of Canada inflation ਨੂੰ ਵੀ ਅਸੀਂ we're going to work to keep it down to 2% because we know that Canadians are having a very hard time right now
but our economy is looking good. You know, अपना GDP to debt ratio भी घट रहा हैगा जो ਅਸੀਂ predictions ਪਹਿਲਾਂ 2018 ਚ ਕੀਤੀਆਂ ਸੀਗੀਆਂ ਉਹ predictions we're still on track ਭਾਵੇਂ pandemic ਦੇ ਵਿੱਚ ਵੀ ਗੁਜ਼ਰੇ ਹੈਗੇ ਆ ਆਪਣੀ ਜਿਹੜੀ economic fiscal update ਹੈਗੀ ਆ ਉਹ ਇੱਕ healthy one ਹੈਗੀ ਆ and we're very good. ਥੈਂਕ ਯੂ ਰੂਬੀ ਬਹੁਤ ਇਸ਼ੂਜ਼ ਨੇ ਐਕਚੁਅਲੀ ਮੈਂ ਤੁਹਾਡੇ ਨਾਲ ਅਜੇ ਸਟੂਡੈਂਟ ਜਿਹੜੇ ਇੱਥੇ ਆਏ ਹੋਏ ਆ ਉਹਨਾਂ ਲਈ ਸਰਕਾਰ ਕਾਫੀ ਲਿਬਰਲ ਹੋ ਰਹੀ ਹੈ ਉਹਨਾਂ ਨੂੰ ਪੱਕਿਆਂ ਕਰਨ ਵਾਸਤੇ 2-3-4 ਬੜੀਆਂ ਅਹਿਮ ਇਮੀਗ੍ਰੇਸ਼ਨ ਨਾਲ ਜੁੜੀਆਂ ਹੋਈਆਂ ਵੀ ਅਜੇ ਖਬਰਾਂ ਨੇ ਪਰ ਆਪਾਂ ਅਗਲੇ ਹਫਤੇ ਦੁਬਾਰਾ ਤੁਹਾਡੇ ਨਾਲ ਗੱਲ ਕਰਾਂਗੇ ਅੱਜ ਮੇਨਲੀ ਅਸੀਂ ਇਹ ਜਿਹੜੀ ਰੈਂਟ ਸਬਸਿਡੀ ਜਾਂ ਵੇਜ ਸਬਸਿਡੀ ਦੀ ਗੱਲ ਕਰਨੀ ਸੀ ਟਰੈਵਲ ਐਡਵਾਈਜ਼ਰੀ ਦੀ ਗੱਲ ਕਰਨੀ ਸੀ ਪਰ देयर आर ਮੈਨੀ ਅਦਰ ਇਸ਼ੂਜ਼ ਜਿਹੜੇ ਤੁਹਾਡੇ ਨਾਲ ਅਸੀਂ ਅਗਲੇ ਹਫਤੇ ਫਿਰ ਗੱਲ ਕਰਨਾ ਚਾਹਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਲਈ ਮਾਰੀ ਜੀ ਗੱਲ ਜੇ ਮੈਂ ਇਮੀਗ੍ਰੇਸ਼ਨ ਦਾ ਕਹਿਣਾ $85 million ਵੀ ਆਲਸੋ ਦਿੱਤਾ ਜਾ ਰਿਹਾ ਹੈਗਾ IRCC ਨੂੰ ਕਿਉਂਕਿ ਕਾਫੀ ਤੁਹਾਡੇ ਲਿਸਨਰਸ ਉਹਨਾਂ ਨੂੰ ਕੋਈ ਇਮੀਗ੍ਰੇਸ਼ਨ ਕੰਸਰਨਸ ਹੋ ਸਕਦੇ ਹੈਗੇ ਨੇ ਸੋ ਉਹ ਬੈਕਲੌਗਸ ਬਹੁਤ ਸ਼ੁਰੂ ਹੋ ਗਈਆਂ ਵਰਕਫੋਰਸ ਦੀ ਹੋਰ ਲੋਡ ਹੈਗੀ ਆ ਇਨ ਆਰਡਰ ਟੂ ਕੀਪ ਥੀਸ ਪ੍ਰੋਗਰਾਮਸ ਗੋਇੰਗ ਸੋ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਸੋ ਦੈਟ IRCC ਦੇ ਜਿਹੜੇ ਬੈਕਲੌਗਸ ਹੈਗੇ ਨੇ ਇਸ ਟਾਈਮ ਤੇ ਭਾਵੇਂ ਸਪਾਊਸਲ ਕੇਸਿਸ ਦੇ ਨੇ ਜਾਂ ਕੋਈ ਵੀ ਵਰਕ ਪਰਮਿਟ ਦੇ ਕੇਸਿਸ ਨੇ ਜਾਂ ਸਟੂਡੈਂਟ ਕੇਸਿਸ ਕੋਈ ਵੀ ਹੈਗੇ ਨੇ ਫੈਮਿਲੀ ਕਲਾਸ ਉਹਨਾਂ ਨੂੰ ਤੇਜ਼ੀ ਨਾਲ ਉਹ ਸਪੀਡ ਅਪ ਕੀਤਾ ਜਾ ਸਕੇ ਠੀਕ ਹੈ ਜੀ ਕੈਨੇਡਾ ਨੂੰ ਬੜੀ ਲੋੜ ਹੈ ਵਰਕਫੋਰਸ ਦੀ ਵੀ ਔਰ 1.4 ਮਿਲੀਅਨ ਐਪਲੀਕੇਸ਼ਨ ਇਸ ਵੇਲੇ ਬੈਕਲੌਗ 'ਚ ਪਈਆਂ ਹੋਈਆਂ ਜਿਨ੍ਹਾਂ ਨੂੰ ਜਲਦੀ ਐਕਸਪੈਡਾਈਟ ਕਰਨ ਦੀ ਲੋੜ ਹੈ ਪ੍ਰੋਸੈਸ ਕਰਨ ਦੀ ਲੋੜ ਹੈ ਇਹ ਵੀ ਗੱਲ ਕਰਾਂਗੇ ਤੁਹਾਡੇ ਨਾਲ ਅਗਲੇ ਹਫਤੇ ਜਦੋਂ ਸਾਰੀਆਂ ਗੱਲਾਂ ਕਰਾਂਗੇ ਤੇ ਬਹੁਤ ਬਹੁਤ ਸ਼ੁਕਰੀਆ ਰੂਬੀ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੁੜੇ ਹੋਏ ਹੋ ਤੁਸੀਂ ਰੇਡੀਓ ਪ੍ਰੋਗਰਾਮ ਪ੍ਰਵਾਸੀ ਦੇ ਨਾਲ